हेलो एवरीवन सत श्री अकाल टू ऑल ऑफ यू। ਅੱਜ ਦਾ ਜਿਹੜਾ ਵੀਡੀਓ ਹੈ ਉਹ ਅਸੀਂ ਦ ਮੋਸਟ ਇੰਪੋਰਟੈਂਟ ਅਪਡੇਟਸ हैं ਜਿਹੜੇ ਕੈਨੇਡਾ IRCC ਦੇ ਵੱਲੋਂ ਆਏ ਹੈ ਫॉर ਕੈਨੇਡਾ ਸਟੂਡੈਂਟ ਵੀਜ਼ਾ ਉਹਦੇ ਬਾਰੇ ਗੱਲ ਕਰਾਂਗੇ। ਕੁਝ ਅਬਾਊਟ 7 ਪੁਆਇੰਟਸ हैं ਜੋ ਮੈਂ ਤੁਹਾਡੇ ਸਾਰਿਆਂ ਨਾਲ ਡਿਸਕਸ ਕਰਨਾ ਚਾਹੁੰਦੀ ਹਾਂ ਐਂਡ ਆਈ ਥਿੰਕ ਇਟ ਇਜ਼ ਵੈਰੀ ਇੰਪੋਰਟੈਂਟ ਕਿ ਤੁਸੀਂ ਸਾਰੇ ਪੁਆਇੰਟਸ ਧਿਆਨ ਨਾਲ ਸੁਣੋ ਤੇ ਅੰਡਰਸਟੈਂਡ ਕਰੋ ਕਿ ਇਸ ਵਕਤ ਤੁਹਾਡੀ ਫਾਈਲ ਕਿਸ ਪਾਰਟਿਕੂਲਰ ਸਟੇਜ ਤੇ ਹੈ। तो सब तो पहले ਅਸੀਂ स्टार्ट करूँगे विद द वेरी फर्स्ट अपडेट ਜਿਹੜਾ in the month of October November आया है। This update is regarding DLIs which have been approved by the provincial or territorial governments of Canada। मतलब कि दो बारी in the month of once in the month of October, that is on 20th October and once on 3rd November, ਇਹ ਦੋਨਾਂ ਦਿਨ बहुत सारे डेजिग्नेटेड लर्निंग इंस्टीट्यूशनस ਇਹਦਾ ਮਤਲਬ ਜਿਹੜੇ ਇੰਸਟੀਟਿਊਸ਼ਨ ਵਿੱਚ ਤੁਸੀਂ ਕੈਨੇਡਾ 'ਚ ਐਡਮਿਸ਼ਨ ਲਈ ਹੈ ਉਹ ਅਪਰੂਵ ਹੋਏ ਹੈ ਈਦਰ ਬਾਈ ਪ੍ਰੋਵਿੰਸ਼ੀਅਲ ਔਰ ਟੈਰੀਟੋਰੀਅਲ ਗਵਰਨਮੈਂਟਸ ਆਫ ਕੈਨੇਡਾ। ਜੇ ਤੁਹਾਡਾ DLI ਇਸ ਲਿਸਟ ਦੇ ਵਿੱਚ ਹੈਗਾ ਦੈਨ ਯੂ ਮੇ ਬੀ ਐਲੀਜੀਬਲ ਟੂ ਗੋ ਟੂ ਕੈਨੇਡਾ। ਇਹ ਫਸਟ ਇੰਪੋਰਟੈਂਟ ਅਪਡੇਟ ਆਈ ਸੀ ਇਨ ਦੀ ਮੰਥ ਆਫ ਅਕਤੂਬਰ ਤੇ ਕੁਝ ਹੋਰ ਗੱਲਾਂ ਅਸੀਂ ਡਿਸਕਸ ਕਰਾਂਗੇ ਰਿਗਾਰਡਿੰਗ ਦਿਸ ਸਪੈਸੀਫਿਕ ਪੁਆਇੰਟ। ਐਜ਼ ਜਿਹੜੇ ਵੀ ਸਾਡੇ ਸਟੂਡੈਂਟਸ ਹੈ ਜਿਨ੍ਹਾਂ ਕੋਲ ਵੀਜ਼ਾ ਹੈ ਚਾਹੇ ਉਹਨਾਂ ਦੀ ਕਲਾਸਿਸ ਆਨਲਾਈਨ ਹੈ ਚਾਹੇ ਉਹਨਾਂ ਦੀ ਕਲਾਸਿਸ ਹਾਈਬ੍ਰਿਡ ਹੈ ਉਹ ਟਰੈਵਲ ਤਦ ਹੀ ਕਰ ਸਕਦੇ ਹੈ ਐਟ ਦਿਸ ਟਾਈਮ ਜੇ ਉਹਨਾਂ ਦਾ DLI COVID-19 ਪਲਾਨ ਲਈ ਅਪਰੂਵਡ ਹੈ ਰਾਈਟ। that is the first point. Second point, I just have mentioned these points here in front of me so that I do not forget any specific update for you people. Next, ਜਿਹੜੇ ਸਟੂਡੈਂਟਸ ਹੁਣੀ ਵੀ ਆਪਣੀ ਫਾਈਲ ਦਾ ਰਿਜ਼ਲਟ ਅਵੇਟ ਕਰ ਰਹੇ ਹੈ ਮਤਲਬ ਹੁਣੀ ਵੀ ਉਹਨਾਂ ਦੇ ਫਾਈਲ ਤੇ ਕੋਈ ਪ੍ਰੋਗਰੈਸ ਨਹੀਂ ਹੋਈ ਹੈ ਕੋਈ ਰਿਜ਼ਲਟ ਨਹੀਂ ਆਇਆ ਹੈ ਪਲੀਜ਼ ਨੋਟ ਤੁਹਾਡਾ ਰਿਜ਼ਲਟ ਤਦ ਤੱਕ ਨਹੀਂ ਆਏਗਾ ਜਦ ਤੱਕ ਤੁਹਾਡਾ DLI ਅਪਰੂਵ ਨਹੀਂ ਹੋ ਜਾਂਦਾ। ਸੋ ਨਾਓ ਸਭ ਕੁਝ ਆ ਕੇ DLI ਅਪਰੂਵਲ ਤੇ ਰੁਕ ਗਿਆ ਹੈ। ਸੋ ਜੇ ਤੁਸੀਂ ਕੰਪਲੀਟ ਫਾਈਲ ਵੀ ਸਬਮਿਟ ਕਰੀ ਹੈ ਮਤਲਬ ਜੇ ਤੁਸੀਂ ਬਾਇਓਮੈਟ੍ਰਿਕ ਪਲਸ ਮੈਡੀਕਲ ਦੋਨੋਂ ਸਬਮਿਟ ਕਰ ਰਹੇ ਹੈ ਪਰ ਜੇ ਤੁਹਾਡਾ DLI COVID-19 ਰੈਡਨੈਸ ਪਲਾਨ ਦੇ ਅੰਡਰ ਨਹੀਂ ਫਾਲ ਕਰ ਰਿਹਾ ਤੁਹਾਡਾ ਰਿਜ਼ਲਟ ਐਪਲੀਕੇਸ਼ਨ ਤੇ ਨਹੀਂ ਆਏਗਾ ਨਾ ਹੀ AIP ਤੇ ਨਾ ਹੀ ਕੋਈ ਹੋਰ ਅਪਡੇਟ ਆਏਗਾ। ਉਹ ਵਾਲੀ ਫਾਈਲਸ ਇਸ ਵਕਤ ਪਿਕ ਨਹੀਂ ਹੋ ਰਹੀਆਂ ਹੈ ਫॉर ਪ੍ਰੋਸੈਸਿੰਗ ਜਿਨ੍ਹਾਂ ਦਾ DLI ਅਪਰੂਵ ਨਹੀਂ ਕਰਿਆ ਹੈ ਕੈਨੇਡੀਅਨ ਗਵਰਨਮੈਂਟ ਨੇ। that is the second point. Next, this is my recommendation personally कि जिन बच्चों ने हुनी तक अपनी Jan 21 ਦੀ ਫਾਈਲ नहीं लॉन्च करी है ਤੇ ਤੁਸੀਂ ਮਤਲਬ ਆਪਣੀ ਫੀਸ ਵੀ ਹੁਣੀ ਪੇ ਕਰਨੀ ਹੈ ਤੁਹਾਡੀ ਆਫਰ ਲੈਟਰ ਬਹੁਤ ਰੀਸੈਂਟਲੀ ਆਈ ਹੈ Jan 21 ਦੀ ਤੁਸੀਂ ਆਪਣੀ ਫਾਈਲ ਲੌਂਚ ਨਹੀਂ ਕਰੀ ਹੈ ਤੇ ਸਭ ਤੋਂ ਪਹਿਲੇ ਫਾਈਲ ਲੌਂਚਮੈਂਟ ਤੋਂ ਪਹਿਲੇ ਤੁਸੀਂ ਇਹ ਦੇਖਣਾ ਹੈ ਕਿ ਕਿਆ ਤੁਹਾਡਾ DLI ਅਪਰੂਵਲ ਲਿਸਟ ਦੇ ਅੰਡਰ ਹੈਗਾ ਹੈ ਕਿ ਨਹੀਂ ਹੈਗਾ ਹੈ ਬਿਕੋਜ਼ ਜਨਵਰੀ ਇਨਟੇਕ ਨੂੰ ਸਿਰਫ ਹੁਣ 2 ਮਹੀਨੇ ਰਹਿ ਗਏ ਹੈ। ਮੋਸਟ ਆਫ ਦ ਇੰਸਟੀਟਿਊਸ਼ਨ ਨੇ ਆਪਣੀ ਕਲਾਸਾਂ January 4th ਤੇ January 15 ਦੇ ਵਿੱਚ ਸਟਾਰਟ ਕਰਨੀ ਹੈ 2021 ਵਿੱਚ ਤੇ ਜੇ ਤੁਸੀਂ ਫਾਈਲ ਹੁਣ ਤੱਕ ਆਪਣੀ ਲੌਂਚ ਨਹੀਂ ਕਰੀ ਹੈ ਤੁਸੀਂ ਇੱਕ ਵਾਰੀ ਰੀਥਿੰਕ ਕਰੋ ਬਿਕੋਜ਼ ਜੇ ਤੁਹਾਡਾ DLI ਅਪਰੂਵ ਨਹੀਂ ਹੈ ਤੇ ਤੁਹਾਡੀ ਫਾਈਲ ਲੌਂਚ ਨਹੀਂ ਹੈ ਯੂ ਮੇ ਥਿੰਕ ਆਫ ਡੈਫਰਿੰਗ ਟੂ ਦ ਨੈਕਸਟ ਇਨਟੇਕ। ਇਹ ਸਿਰਫ ਮੇਰੀ ਸੁਜੈਸ਼ਨ ਹੈ ਦਿਸ ਇਜ਼ ਨਾਟ ਕੰਪਲਸਰੀ। ਇਹ ਤੁਸੀਂ ਆਪਣੇ ਮਾਈਂਡ ਨਾਲ ਆਪਣੇ ਆਪ ਸੋਚਣਾ ਹੈ ਕਿ ਜਦ ਤੱਕ DLI ਅਪਰੂਵ ਨਹੀਂ ਹੋਣਾ ਤਦ ਤੱਕ ਫਾਈਲ ਪ੍ਰੋਸੈਸ ਨਹੀਂ ਹੋਣੀ ਚਾਹੇ ਉਹ ਕੰਪਲੀਟ ਫਾਈਲ ਹੋ ਚਾਹੇ ਉਹ ਵਿਦਾਊਟ ਬਾਇਓਮੈਟ੍ਰਿਕ ਫਾਈਲ ਹੋ। ਨਾਓ ਐਵਰੀ 15 days IRCC ਆਪਣੀ ऑफिशियल ਵੈਬਸਾਈਟ ਤੇ DLI ਦੀ ਲਿਸਟ ਨੂੰ ਅਪਡੇਟ ਕਰਦੀ ਹੈ ਮੀਨਸ ਐਵਰੀ 15 days ਜਾਂ ਵਿਦਿਨ 15 days ਉਹ ਨਵੇਂ ਇੰਸਟੀਟਿਊਸ਼ਨਸ ਦੀ ਨੂੰ ਐਡ ਕਰਦੀ ਹੈ ਜਿਹੜੇ ਆਪਣੇ ਟੈਰੀਟੋਰੀਅਲ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟਸ ਉਹਨੂੰ ਜਿਹੜੇ ਇੰਸਟੀਟਿਊਸ਼ਨਸ ਨੂੰ ਅਪਰੂਵ ਕਰਦੀਆਂ। ਸੋ ਮੇਕ ਸ਼ੋਰ ਕਿ ਤੁਸੀਂ www.cic.gc.ca ਦੀ ਵੈਬਸਾਈਟ ਨੂੰ ਰੈਗੂਲਰਲੀ ਫੋਲੋ ਕਰੋ ਤੁਸੀਂ IRCC ਦੇ ਟਵਿੱਟਰ ਪੇਜ ਨੂੰ ਰੈਗੂਲਰਲੀ ਫੋਲੋ ਕਰੋ ਤੁਸੀਂ ਕੈਨੇਡਾ ਇਨ ਇੰਡੀਆ ਦੇ ਟਵਿੱਟਰ ਪੇਜ ਨੂੰ ਵੀ ਫੋਲੋ ਕਰ ਸਕਦੇ ਹੋ ਤੇ ਇੱਥੇ ਤੁਹਾਨੂੰ ਅਪਡੇਟਸ ਮਿਲ ਜਾਣਗੇ ਫਰੋਮ ਟਾਈਮ ਟੂ ਟਾਈਮ ਕਿ ਕਿੰਨੇ DLIs ਅਪਰੂਵ ਹੋ ਗਏ ਹੈ ਬਾय द ਗਵਰਨਮੈਂਟ ਆਫ ਕੈਨੇਡਾ। So please follow that for your respective DLI. Next and the second most important update is about biometrics. ਜੇ ਤੁਹਾਡਾ biometrics completed ਹੈ meaning ਜੇ ਤੁਸੀਂ complete file submit ਕਰੀ ਹੈ ਤੇ ਤੁਸੀਂ ਸਟਿਲ ਅਵੇਟ ਕਰ ਰਹੇ ਹੋ ਆਪਣੇ AIP ਦਾ ਬਿਕੋਜ਼ ਤੁਸੀਂ ਸੈਪਟੈਂਬਰ 15 2020 ਤੋਂ ਪਹਿਲੇ ਆਪਣੀ ਫਾਈਲ ਸਬਮਿਟ ਕਰੀ ਹੈ
in that case it is possible कि ਤੁਹਾਡਾ AIP ਨਾ ਆ ਕੇ directly ਤੁਹਾਡੀ passport submission request ਆ ਜਾਏ। ਸੋ ਇਹ ਕੋਈ ਜ਼ਰੂਰੀ ਨਹੀਂ ਹੈ ਕਿ ਜਿਨ ਬੱਚਿਆਂ ਨੇ ਆਪਣੀ ਫਾਈਲ ਹੁਣ ਸੈਪਟੈਂਬਰ 15 2020 ਤੋਂ ਪਹਿਲੇ ਅੰਬੈਸੀ ਨੂੰ ਅਪਲੋਡ ਕਰੀ ਸੀ, ਉਹਨਾਂ ਦਾ AIP ਹੀ ਆਣਾ ਹੈ, ਉਹਨਾਂ ਦਾ ਫਾਈਨਲ ਸਬਮਿਸ਼ਨ ਪਾਸਪੋਰਟ ਸਬਮਿਸ਼ਨ ਰਿਕੁਐਸਟ ਵੀ ਆ ਸਕਦੀ ਹੈ, ਕੰਡੀਸ਼ਨ ਤੁਹਾਡਾ ਬਾਇਓਮੈਟ੍ਰਿਕ ਕੰਪਲੀਟ ਹੋਣਾ ਚਾਹੀਦਾ ਹੈ। ਪਲੀਜ਼ ਨੋਟ, ਜੇ ਬਾਇਓਮੈਟ੍ਰਿਕ ਕੰਪਲੀਟ ਨਹੀਂ ਹੈਗਾ ਤੇ ਫਾਈਲ ਚਾਹੇ ਜਦ ਮਰਜ਼ੀ ਸਬਮਿਟ ਕਰਿਓ, ਤੁਹਾਡਾ ਪਾਸਪੋਰਟ ਸਬਮਿਸ਼ਨ ਰਿਕੁਐਸਟ ਨਹੀਂ ਆ ਸਕਦਾ। So this was the second most important update. Now I am moving on to the third update, or you can say it's another category कि जिन बच्चों का AIP रिसीव हो गया है बट उन्हों का बायोमैट्रिक कंप्लीटेड नहीं है, तो चाहे उन्हों DLI अप्रूव होए या ना होए COVID-19 रेडीनेस के प्लान के अंदर, विदाउट बायोमैट्रिक थोड़ी पासपोर्ट सबमिशन रिक्वेस्ट बिल्कुल भी नहीं आ सकती। इट इज़ नॉट पॉसिबल। तो AIP हैगा, बायोमैट्रिक हैगा है, पासपोर्ट सबमिशन रिक्वेस्ट आ सकती है जे DLI अप्रूव्ड है। नैक्सट AIP हैगा है, बायोमैट्रिक नहीं हैगा है, पासपोर्ट सबमिशन रिक्वेस्ट नहीं आ सकती चाहे DLI अप्रूव्ड होए चाहे ना होए। सो दिस इज रिगार्डिंग अनदर सिनेरियो ऑफ फाइल्स। ਤਾਂ ਜੇ ਤੁਸੀਂ ਹੁਣੀ ਵੀ AIP ਦਾ ਵੇਟ ਕਰ ਰਹੇ ਹੋ ਜਾਂ ਆਪਣੇ ਰਿਜ਼ਲਟ ਦਾ ਵੇਟ ਕਰ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਆਪਣੇ ਰਿਸਪੈਕਟਿਵ DLI ਨਾਲ ਗੱਲ ਕਰਕੇ ਰੱਖਣੀ ਹੈ ਕਿ ਲਾਸਟ ਡੇਟ ਆਫ ਪਾਸਪੋਰਟ ਜਾਂ ਵੀਜ਼ਾ ਸਟੈਂਪਿੰਗ ਸਬਮਿਸ਼ਨ ਜਾਂ ਲਾਸਟ ਡੇਟ ਆਫ AIP ਸਬਮਿਸ਼ਨ ਕੀ ਹੈਗੀ ਹੈ, ਸੋ ਦੈਟ ਜੇ ਤੁਹਾਨੂੰ ਰਿਕੁਆਇਰਮੈਂਟ ਹੈ ਹੁਣੀ ਵੀ ਡੈਫਰਮੈਂਟ ਕਰਨ ਦੀ ਟੂ ਮੇ ਇਨਟੇਕ, ਤਾਂ ਉਹ ਡਿਲੇ ਨਹੀਂ ਹੋਣਾ ਚਾਹੀਦਾ, ਕਿਉਂਕਿ ਮੇ ਇਨਟੇਕ ਵੀ ਹੁਣ ਓਪਨ ਹੋ ਗਿਆ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਲਈ ਜਿਹੜੇ ਫਰੈਸ਼ ਵੀ ਹੈਗੇ ਆ। ਸੋ ਇਨ ਕੇਸ ਤੁਸੀਂ ਆਪਣੀ ਸੀਟ ਨੂੰ ਸਿਕਿਉਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਸ਼ੋਰ ਨਹੀਂ ਹੋ ਕਿ ਤੁਹਾਡਾ AIP ਜਾਂ ਤੁਹਾਡਾ ਰਿਜ਼ਲਟ ਕਦ ਤੱਕ ਆਏਗਾ ਜਾਂ ਤੁਹਾਡਾ ਬਾਇਓਮੈਟ੍ਰਿਕ ਨਹੀਂ ਹੋਇਆ, ਦੈਨ ਤੁਸੀਂ think कर सकते हो to defer to May 21 intake. So that is regarding the third most important update. Now the fourth update. IRCC ने ਜਿਹੜੇ ਸਾਡੇ ਵੀਜ਼ਾ ਐਪਲੀਕੇਸ਼ਨ ਸੈਂਟਰਸ हैं वो ਤਾਂ टोटली क्लोज रखे हैं for the month of November as updated by Nadir Patel. Now उन्होंने एक सेकेंड डिफरेंट काइंड ऑफ टेम्पररी प्रोसेस अपडेट कराया है। इस टेम्पररी प्रोसेस विच 2-वे पासपोर्ट सबमिशन प्रोसेस है, 2-वे कोरियर सर्विस स्टार्ट की गई है, जिस विच कि जिन बच्चों को पासपोर्ट सबमिशन रिक्वेस्ट आ चुकी है ये सारे बच्चे अपना पासपोर्ट सबमिट करके वीज़ा स्टैंपिंग लिए एलिजिबल है। इन दिस केस वीज़ा एप्लीकेशन सेंटर्स या VFS नहीं खुले हैं हुनी भी इन इंडिया, किते भी नहीं खुलने हैं इन इंडिया, लेकिन जिन बच्चों को पासपोर्ट सबमिशन रिक्वेस्ट है तो IRCC ने एक 2-वे कोरियर सर्विस द प्रोसीजर स्टार्ट किया है, जिस विच बच्चे अपने डॉक्यूमेंट्स सबमिट करके जिहड़ा उन्होंने पासपोर्ट सबमिशन रिक्वेस्ट से इन्फॉर्मेशन आई हुई है वो वाले सारे डॉक्यूमेंट्स वो सबमिट करोगे एंड दे विल गेट एन अपॉइंटमेंट फॉर पासपोर्ट सबमिशन। नाउ ये डॉक्यूमेंट्स किद्दां सबमिट होंदे हैं वंस तुहाडे कोल पासपोर्ट सबमिशन रिक्वेस्ट आ जाती है। सो देयर इज़ अ न्यू ईमेल ID जिहड़ा दिता गया है बाय दीज courier service collection points. The email ID is passportsubmission@vfshelpline.com। ਜਿਹੜਾ ਇਹ ईमेल ID है ਤੁਸੀਂ ਇਸ ईमेल ਤੇ ਉਹ ਸਾਰੇ ਡਾਕੂਮੈਂਟਸ ਭੇਜਨੇ ਹੈ ਜਿਹੜੇ ਤੁਹਾਡੇ ਪਾਸਪੋਰਟ ਸਬਮਿਸ਼ਨ ਰਿਕੁਐਸਟ ਲੈਟਰ ਤੇ ਮੈਂਸ਼ਨਡ ਹੈ। ਵੰਸ ਤੁਸੀਂ ਇੱਥੇ ਆਪਣੇ ਡਾਕੂਮੈਂਟਸ ਭੇਜ ਦੋਗੇ ਦੈਨ ਤੁਹਾਨੂੰ ਅਪਾਇੰਟਮੈਂਟ ਮਿਲ ਜਾਏਗੀ ਫॉर पासपोर्ट सबमिशन। सो दिस इज़ अ न्यू प्रोसेस। पहले एक फ़ोन नंबर दिता गया था जिससे बच्चा ने कॉल करके अपॉइंटमेंट लेनी होती सी पासपोर्ट सबमिशन लिए, पर बहुत फीजिबल नहीं हो पा रहा सी बिकॉज द नंबर ऑफ स्टूडेंट जो कॉल कर रहे हैं वो बहुत ज़्यादा है, तो द कैपेसिटी ऑफ पीपल एट द कस्टमर केयर सेंटर लो सी, इसलिए हुण ये न्यू सर्विस थोड़ी सिर्फ थ्रू ईमेल ही प्रोसेस हो सकती है। सो ऑल स्टूडेंट्स जिन्हों का पासपोर्ट सबमिशन रिक्वेस्ट आ गया है, अगेन फॉर देम यू हैव टू ईमेल all your documents along with your passport submission request letter to passportsubmission@vfshelpline.com. The next and the fifth important update is जे थोड़ी फाइल AIP तो बाद रिफ्यूज़ हुई है
if any student ਜਿਨ੍ਹਾਂ ਨੇ refusal face ਕੀਤਾ ਹੈ ਹੁਣੀ after AIP, ਉਹਦੇ ਰੀਜ਼ਨਸ ਬਹੁਤ ਸਾਰੇ ਹੋ ਸਕਦੇ हैं ਜੋ ਆਪਾਂ ਆਪਣੀ ਪਹਿਲੀ ਵੀਡੀਓਜ਼ ਵਿੱਚ ਵੀ ਡਿਸਕਸ ਕਰਿਆ ਹੈ। ਬਟ ਇਨ ਟੁਡੇ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਜੇ ਤੁਸੀਂ ਆਪਣੀ ਫਾਈਲ ਨੂੰ ਸਟਰੋਂਗ ਸਮਝਦੇ ਹੋ, ਮਤਲਬ ਤੁਹਾਨੂੰ ਲੱਗਦਾ ਹੈ ਸਪੈਸ਼ਲੀ ਜੇ ਉਹ SDS ਫਾਈਲ ਹੈ, ਫਿਰ ਤਾਂ ਉਹਨੂੰ ਡੈਫੀਨੇਟਲੀ ਤੁਸੀਂ ਰੀਲੌਂਚ ਕਰੋ। ਜੇ ਉਹ SDS ਫਾਈਲ ਨਹੀਂ ਹੈ ਤੇ ਉਹ ਨॉन SDS ਫਾਈਲ ਹੈ ਤੇ AIP ਦੇ ਬਾਅਦ ਰਿਫਿਊਜ਼ਡ ਹੈ, ਇਨ ਦੈਟ ਕੇਸ ਤੁਸੀਂ ਆਪਣੇ ਫੰਡਸ ਨੂੰ ਸਟਰੋਂਗ ਕਰਕੇ ਆਪਣੀ ਫਾਈਲ ਨੂੰ ਰੀਲੌਂਚ ਕਰੋ। ਡੈਫੀਨੇਟਲੀ ਰੀਲੌਂਚ ਕਰਨੀ ਚਾਹੀਦੀ ਬਿਕੋਜ਼ ਦ ਨੰਬਰ ਆਫ ਸਟੂਡੈਂਟਸ ਦੈਟ ਕੈਨੇਡਾ ਵਾਂਟਸ ਰਾਈਟ ਨਾਓ ਆਰ ਮਚ ਮੋਰ ਦੈਨ ਐਵਰ ਬਿਫੋਰ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੋਰਸ ਚੋਇਸ ਵੀ ਬਹੁਤ ਚੰਗੀ ਸੀ, ਤੁਹਾਡਾ ਐਕੈਡੈਮਿਕ ਸਕੋਰ ਵੀ ਚੰਗਾ ਸੀ, ਬਟ ਡਿਊ ਟੂ IELTS ਜਾਂ ਡਿਊ ਟੂ ਲੋ ਲੈਂਗੁਏਜ ਸਕਿੱਲਸ ਤੁਹਾਡਾ AIP ਨਹੀਂ ਆਇਆ ਜਾਂ AIP ਦਾ ਤੁਹਾਡੀ ਫਾਈਲ ਰਿਫਿਊਜ਼ ਹੋ ਗਈ ਹੈ, ਇਨ ਦੈਟ ਕੇਸ ਤੁਸੀਂ ਪਲੀਜ਼ ਇੱਕ ਵਾਰੀ IELTS ਰਿਪੀਟ ਕਰਕੇ ਆਪਣੀ ਫਾਈਲ ਨੂੰ ਰੀਲੌਂਚ ਕਰਨ ਬਾਰੇ ਡੈਫੀਨੇਟਲੀ ਸੋਚ ਸਕਦੇ ਹੋ। ਸੋ ਦਿਸ ਇਜ਼ ਰਿਗਾਰਡਿੰਗ ਦ 5th update. Now we are moving to the next and another important update, which is my point number 6 today. UAE ਵਿੱਚ ਬਾਇਓਮੈਟ੍ਰਿਕ ਕਰਵਾਉਣਾ, ਮਤਲਬ ਯੂਨਾਈਟਿਡ ਅਰਬ ਐਮਿਰੇਟਸ ਜਾ ਕੇ ਬਾਇਓਮੈਟ੍ਰਿਕ ਕਰਾਉਣਾ। ਬਹੁਤ ਸੇ ਸਟੂਡੈਂਟ ਨੇ ਸਾਨੂੰ ਲਾਸਟ ਸਾਡੇ ਲਾਈਵ ਸੈਸ਼ਨਸ ਵਿੱਚ ਐਂਡ ਅਦਰਵਾਈਜ਼ ਪੁੱਛਿਆ ਕਿ ਮੈਮ ਜੇ UAE ਵਿੱਚ ਬਾਇਓਮੈਟ੍ਰਿਕਸ ਖੁੱਲ ਗਏ ਹੈ ਤੇ ਆਪਣੀ ਫਾਈਲ ਨੂੰ ਜੇ ਅਸੀਂ ਅੱਗੇ ਲੈ ਕੇ ਜਾਣਾ ਹੈ ਤਾਂ ਕੀ ਅਸੀਂ UAE ਵਿੱਚ ਜਾ ਕੇ ਆਪਣੇ ਬਾਇਓਮੈਟ੍ਰਿਕਸ ਕਰਾ ਸਕਦੇ ਹਾਂ? ਫॉर ਦਿਸ ਯੈਸ ਯੂ ਕੈਨ ਡੂ ਦਿਸ। ਜੇ ਤੁਹਾਡਾ ਟਾਈਮ ਤੁਹਾਨੂੰ ਪਰਮਿਟ ਕਰਦਾ ਹੈ, ਜੇ ਤੁਸੀਂ ਇੰਨਾ ਅਫੋਰਡ ਕਰ ਸਕਦੇ ਹੋ, ਤੁਸੀਂ UAE ਵਿੱਚ ਜਾ ਕੇ ਆਪਣੇ ਬਾਇਓਮੈਟ੍ਰਿਕਸ ਕਰਾ ਸਕਦੇ ਹੋ। ਇਹਦੇ ਨਾਲ ਤੁਹਾਡੀ ਫਾਈਲ ਤੇ ਬਾਇਓਮੈਟ੍ਰਿਕਸ ਅਪਡੇਟ ਹੋ ਜਾਏਗਾ ਤੇ ਜੇ ਤੁਹਾਡਾ DLI ਅਪਰੂਵਡ ਹੈ ਤੁਹਾਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਉਣ ਦੇ ਚਾਂਸਸ ਬਹੁਤ ਹਾਈ ਹੋ ਜਾਣਗੇ, ਕਿਉਂਕਿ ਲਈ ਸਾਡੇ ਸਟੂਡੈਂਟਸ ਦੇ AIP ਤੋਂ ਬਾਅਦ ਵੀ ਹੁਣ ਪਾਸਪੋਰਟ ਸਬਮਿਸ਼ਨ ਰਿਕੁਐਸਟ ਆ ਗਈ ਹੈ ਜੇ ਬਾਇਓਮੈਟ੍ਰਿਕ ਕੰਪਲੀਟ ਹੈ। ਜਿਹੜੇ ਬੱਚਿਆਂ ਕੋਲ ਆਲਰੇਡੀ ਪਾਸਪੋਰਟ ਸਬਮਿਸ਼ਨ ਰਿਕੁਐਸਟ ਹੀ ਉਹਨਾਂ ਦੇ ਵੀਜ਼ਾ ਸਟੈਂਪਿੰਗ ਸਟਾਰਟ ਹੋ ਚੁੱਕੀ ਹੈ। ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ AIP ਬਹੁਤ ਦੇਰ ਤੋਂ ਆਇਆ ਹੋਇਆ ਹੈ ਤੇ ਤੁਸੀਂ ਆਲਰੇਡੀ ਆਨਲਾਈਨ ਕਲਾਸਿਸ ਲਾ ਰਹੇ ਹੋ ਸੈਪਟੈਂਬਰ 20 ਇਨਟੇਕ ਲਈ, ਤਾਂ ਜੇ ਤੁਸੀਂ ਅਫੋਰਡ ਕਰ ਸਕਦੇ ਹੋ, ਜੇ ਤੁਸੀਂ ਟਰਾਈ ਕਰ ਸਕਦੇ ਹੋ UAE ਵਿੱਚ ਜਾ ਕੇ ਆਪਣੀ submission passports biometric karana, then you are more than welcome to do so. But in the time of COVID and traveling, spending so much money, booking a hotel and staying, ਅਸੀਂ personally ਇਹ recommend ਨਹੀਂ ਕਰ ਸਕਦੇ ਕਿਸੇ ਵੀ student ਨੂੰ unless student really ਇਹ ਕਰਨਾ ਚਾਹੁੰਦਾ ਹੋਏ। ਤੇ we have also got a notification from another student ਜਿਹਦਾ AIP ਆਇਆ ਹੋਇਆ ਸੀ, ਉਹਨੇ ਬਾਇਓਮੈਟ੍ਰਿਕ ਜਾ ਕੇ ਕੰਪਲੀਟ ਕਰਿਆ UAE ਵਿੱਚ, ਤਾਂ ਉਹਦਾ ਪਾਸਪੋਰਟ ਸਬਮਿਸ਼ਨ ਰਿਕੁਐਸਟ ਵੀ ਆਈ ਹੈ। ਸੋ ਬੇਸਿਸ ਦੈਟ I am telling you that if you want to do it ਤੁਸੀਂ ਕਰ ਸਕਦੇ ਹੋ, ਬਟ ਇਟ ਇਜ਼ ਟੋਟਲੀ ਯੋਰ ਡਿਸੀਜਨ ਐਂਡ ਚੋਇਸ ਕਿ ਕੀ ਤੁਸੀਂ ਇੰਨਾ ਰਿਸਕ ਲੈ ਕੇ ਦੂਜੀ ਕੰਟਰੀ ਇਸ ਟਾਈਮ ਤੇ ਟਰੈਵਲ ਕਰਨਾ ਚਾਹੋਗੇ ਕਿ ਨਹੀਂ। ਨਾਓ ਦ 7th ਐਂਡ ਅਨਦਰ ਇੰਪੋਰਟੈਂਟ ਅਪਡੇਟ ਜਿਹੜਾ ਤੁਹਾਨੂੰ ਬਹੁਤ ਧਿਆਨ ਨਾਲ ਸੁਣਨਾ, ਜਿੰਨੇ ਵੀ ਬੱਚਿਆਂ ਨੇ ਜਨਵਰੀ 21 ਲਈ ਆਪਣੀ ਫਾਈਲ ਲਾ ਚੁੱਕੇ ਹੈ ਜਾਂ ਸੈਪਟੈਂਬਰ 20 ਤੋਂ ਜਨਵਰੀ 21 ਲਈ ਡੈਫਰ ਹੋ ਚੁੱਕੇ ਹੈ, ਜਿੰਨੇ ਵੀ ਇਹ ਸਟੂਡੈਂਟਸ ਹੈ ਪਲੀਜ਼ ਨੋਟ that January 21 mostly in most circumstances online ਹੀ ਜਾਏਗਾ across all institutions of Canada। ਜੇ ਤੁਹਾਡਾ ਕੋਰਸ ਹਾਈਬ੍ਰਿਡ ਹੈ ਤੇ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਟਰੈਵਲ ਕਰਨ ਲਈ ਐਟ ਦਿਸ ਟਾਈਮ, ਤਾਂ ਤੁਹਾਡਾ ਮੋਸਟ ਪ੍ਰੋਬਬਲੀ ਫਸਟ ਸਮੈਸਟਰ ਉਹਨਾਂ ਨੇ ਕਾਲਜ ਵਾਲਿਆਂ ਨੇ ਆਨਲਾਈਨ ਕਰ ਦੇਣਾ ਤੇ ਬਾਕੀ ਜਿਹੜਾ ਫਰਦਰ ਸਮੈਸਟਰਸ ਹੈ ਉਹਦੇ ਵਿੱਚ ਹਾਈਬ੍ਰਿਡ ਕੋਰਸਿਸ ਨੂੰ ਉਹ ਸਟਾਰਟ ਕਰਨਗੇ। ਇਹ ਇੱਕ ਫੈਸਿਲਿਟੀ ਕਾਫੀ ਕਾਲਜਸ ਦੇ ਰਹੇ ਹੈ, ਬਟ ਆਲਸੋ ਔਨ ਦੀ ਅਦਰ ਹੈਂਡ ਕਈ ਕਾਲਜਸ ਜਾਂ ਇੱਦਾਂ ਵੀ ਹੈ ਜਿਨ੍ਹਾਂ ਦੇ ਕੋਰਸਿਸ ਟੋਟਲੀ ਹਾਈਬ੍ਰਿਡ ਹੈ, ਉਹ ਆਨਲਾਈਨ ਨਹੀਂ ਕੰਡਕਟ ਕਰੇ ਜਾ ਸਕਦੇ। ਇਨ ਦੈਟ ਕੇਸ ਤੁਹਾਨੂੰ ਆਪਣਾ ਆਫਰ ਲੈਟਰ ਨੂੰ ਡੈਫਰ ਕਰਾਉਣ ਦੀ ਜ਼ਰੂਰਤ ਪੈ ਸਕਦੀ ਹੈ। ਸੋ ਨੈਕਸਟ, ਇੱਦਾਂ ਦੇ ਵੀ ਸਟੂਡੈਂਟਸ ਹੈ ਜਿਨ੍ਹਾਂ ਕੋਲ ਵੀਜ਼ਾ ਹੈਗਾ ਹੈ, ਉਹਨਾਂ ਦਾ ਕੋਰਸ ਮੇ ਬੀ ਹਾਈਬ੍ਰਿਡ ਹੈ, ਮਤਲਬ ਉਹਨਾਂ ਨੂੰ ਇਨ ਕੈਂਪਸ ਰਹਿਣ ਦੀ ਰਿਕੁਆਇਰਮੈਂਟ ਹੈਗੀ ਹੈ ਐਟ ਦਿਸ ਟਾਈਮ, ਲੇਕਿਨ ਉਹਨਾਂ ਦਾ DLI ਅਪਰੂਵ ਨਹੀਂ ਹੈ ਤਾਂ ਉਹ ਟਰੈਵਲ ਨਹੀਂ ਕਰ ਸਕਦੇ। ਇਨ ਦੈਟ ਕੇਸ ਜੇ ਤੁਸੀਂ ਆਪਣੇ ਆਪ ਨੂੰ ਡੈਫਰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਜਦ ਤੱਕ DLI ਅਪਰੂਵ ਨਹੀਂ ਹੋਣਾ ਤਦ ਤੱਕ ਤੁਸੀਂ ਟਰੈਵਲ ਨਹੀਂ ਕਰ ਸਕਦੇ। ਦੈਟਸ ਦੀ ਅਦਰ ਥਿੰਗ। ਨਾਓ please also note that January 21 students ਲਈ ਕੋਈ ਵੀ AIP ਦਾ process follow ਨਹੀਂ ਹੋ ਰਿਹਾ। It means two stage approval process January 21 ਦੇ students ਲਈ applicable ਨਹੀਂ ਹੈ ਜੇ ਉਹਨਾਂ ਨੇ ਫਾਈਲ ਆਪਣੀ ਸੈਪਟੈਂਬਰ 15 2020 ਤੋਂ ਬਾਅਦ ਲਾਈ ਹੈ। In this, for all these students ਸਿਰਫ ਫਾਈਨਲ ਪਾਸਪੋਰਟ ਸਬਮਿਸ਼ਨ ਰਿਕੁਐਸਟ ਹੀ ਆਉਣੀ ਹੈ ਤੇ ਫਾਈਨਲ ਪਾਸਪੋਰਟ ਸਬਮਿਸ਼ਨ ਰਿਕੁਐਸਟ ਤਦ ਆ ਸਕਦੀ ਹੈ ਜਦ ਤੁਹਾਡਾ ਬਾਇਓਮੈਟ੍ਰਿਕ ਕੰਪਲੀਟ ਹੋਵੇ।
ਸੇ ਆਲਸੋ ਜਦ ਤੁਹਾਡਾ DLI ਅਪਰੂਵਡ ਹੋ ਗਏ ਤਾਂ ਫਰਸਟ ਸਟੈਪ ਇਸ ਟਾਈਮ ਤੇ ਹੋਣਾ ਚਾਹੀਦਾ ਕਿ ਤੁਸੀਂ ਪਹਿਲੇ ਇਹ ਦੇਖੋ ਕਿ ਤੁਹਾਡਾ ਬਾਇਓਮੈਟ੍ਰਿਕ ਕੰਪਲੀਟ ਹੈਗਾ ਕਿ ਨਹੀਂ ਹੈਗਾ। ਜੇ ਤੁਹਾਡਾ DLI ਲਿਸਟ ਵਿੱਚ ਆ ਗਿਆ ਹੈ COVID-19 ਅਪਰੂਵਲ ਲਿਸਟ ਵਿੱਚ, ਰੈਡਨੈਸ ਪਲਾਨ ਅਪਰੂਵਲ ਲਿਸਟ ਵਿੱਚ, ਦੈਨ ਤੁਹਾਨੂੰ ਬਾਇਓਮੈਟ੍ਰਿਕ ਦੇ ਬਾਰੇ ਜ਼ਿਆਦਾ ਚਿੰਤਾ ਹੋਣੀ ਚਾਹੀਦੀ ਹੈ ਬਿਕੋਜ਼ ਬਾਇਓਮੈਟ੍ਰਿਕ ਦੇ ਬਿਨਾਂ ਤੁਹਾਡੀ ਫਾਈਲ ਪ੍ਰੋਸੈਸ ਵਿੱਚ ਨਹੀਂ ਆਏਗੀ। ਨੈਕਸਟ ਇਜ਼ ਕਈ ਸਟੂਡੈਂਟਸ ਕਹਿ ਰਹੇ ਸੀਗੇ ਜਾਂ ਬਹੁਤ ਇੱਦਾਂ ਦੀ ਸਪੈਕੂਲੇਸ਼ਨ ਸੀਗੀ ਕਿ ਬਾਇਓਮੈਟ੍ਰਿਕ ਵੇਵ ਆਫ ਹੋ ਜਾਣਾ ਚਾਹੀਦਾ ਹੈ ਤੇ ਬਾਇਓਮੈਟ੍ਰਿਕ ਕੈਨੇਡਾ ਜਾ ਕੇ ਹੋਣਾ ਚਾਹੀਦਾ ਬਿਕੋਜ਼ AIP ਤਾਂ ਆ ਗਿਆ ਹੈ, ਫਿਰ ਆਨਲਾਈਨ ਕਲਾਸਿਸ ਵੀ ਅਸੀਂ ਲਾ ਰਹੇ ਹਾਂ ਤੇ ਫਿਰ ਬਾਇਓਮੈਟ੍ਰਿਕ ਦੀ ਵਜ੍ਹਾ ਨਾਲ ਸਾਨੂੰ ਰੁਕਣਾ ਪੈ ਰਿਹਾ ਹੈ। ਲੈਟ ਮੀ ਟੈਲ ਯੂ ਵੀ ਡੋਂਟ ਹੈਵ ਅ ਚੋਇਸ। ਬਾਇਓਮੈਟ੍ਰਿਕ ਤਾਂ ਕੰਪਲਸਰੀ ਹੈ, ਉਹਦੇ ਬਿਨਾਂ ਪਾਸਪੋਰਟ ਸਬਮਿਸ਼ਨ ਰਿਕੁਐਸਟ ਆਣੀ ਨਹੀਂ ਹੈਗੀ ਤੇ ਬਾਇਓਮੈਟ੍ਰਿਕ ਵੇਵ ਆਫ ਨਹੀਂ ਹੋਏਗਾ। ਤੁਹਾਨੂੰ ਪਾਸਪੋਰਟ ਸਬਮਿਸ਼ਨ ਰਿਕੁਐਸਟ ਲਈ ਬਾਇਓਮੈਟ੍ਰਿਕ ਦੇ ਸਟੈਪ ਨੂੰ ਡੈਫੀਨਿਟਲੀ ਕੰਪਲੀਟ ਕਰਨਾ ਪਏਗਾ। ਸੋ ਦੇਰ ਇਜ਼ no waiving off of biometric. So I hope I was able to answer some of the very common questions and doubts that students are having nowadays regarding Canada student visas ਤੇ ਜਿਹੜੇ ਬੱਚੇ ਵੇਟ ਕਰ ਰਹੇ हैं after AIP ਜਾਂ ਜਿਹੜੇ ਬੱਚੇ travel ਕਰਨਾ ਚਾਹੁੰਦੇ हैं because ਉਹਨਾਂ ਦਾ DLI ਅਪਰੂਵ ਹੋ ਗਿਆ। I hope ਮੈਂ ਤੁਹਾਡੇ ਸਾਰੇ ਕੁਐਸਚਨਸ ਦੇ ਆਨਸਰ ਇੱਥੇ ਡਿਟੇਲ ਕੇਸ ਤੁਹਾਨੂੰ ਹੋਰ ਕੁਐਸਚਨਸ ਹੈਗੇ ਆ ਫੀਲ ਫ੍ਰੀ ਟੂ WhatsApp us or email us. We will take slightly some time to get back to you, but ਅਸੀਂ definitely ਤੁਹਾਨੂੰ revert ਕਰਨ ਦੀ ਕੋਸ਼ਿਸ਼ ਕਰਾਂਗੇ as soon as we can. Before I sign off today, I would want to tell you that it is Diwali time. It is one of the biggest festivals in India. So wishing a happy Diwali to all of you in advance, and it's a festival week, but I hope that all of you stay safe and try not to burst too many crackers during this Diwali to avoid pollution because COVID is set to increase with the pollution. Also try karo ki tusi ਜਿੰਨਾ ਹੋ ਸਕੇ social ਪਾਰਟੀਜ਼ ਨੂੰ ਅਵੋਇਡ ਕਰੋ, ਘਰ ਰਹਿ ਕੇ ਸੈਲੀਬ੍ਰੇਟ ਕਰੋ, ਆਪਣੀ ਫੈਮਿਲੀ ਨਾਲ ਟਾਈਮ ਸਪੈਂਡ ਕਰੋ। ਆਲਸੋ ਜੇ ਤੁਹਾਨੂੰ ਲੱਗਦਾ ਹੈ ਦੈਟ you can help the people who are really in need right now, ਤੁਸੀਂ sweets and different things distribute karo among people, orphans, or go to some old age and do something good this Diwali. So wishing all of you a very very happy and safe Diwali this season, and may Goddess Lakshmi shower her choicest blessings on all of you, and we hope that all of you reach your dream destination as soon as possible. So thank you for watching us today and have a very wonderful day.